ਸਿਰਫ ਅਸੀਂ ਸਫਰ ਕਰ ਰਹੇ ਹਾਂ, ਜਿੰਨੇ ਫਾਈਲ ਲਾਈ ਨਾ ਉਹ ਸਫਰ ਕਰ ਰਿਹਾ, ਉਹ ਜਿਨ੍ਹਾਂ ਨੇ ਮਿਸਰੀਪ੍ਰੈਜ਼ੈਂਟੇਸ਼ਨ ਦੇ ਲੈਟਰਸ ਭੇਜੇ CBSE ਨਾ ਉਹ ਸਫਰ ਕਰ ਰਿਹਾ। ਸਿਰਫ ਅਸੀਂ ਸਟੂਡੈਂਟਸ ਕੰਮ ਵੀ ਛੱਡ ਕੇ ਅਸੀਂ ਮੈਂਟਲੀ ਵੀ ਟੌਰਚਰ ਹੋ ਰਹੇ ਹਾਂ। ਅਸੀਂ ਮੋਸਟਲੀ ਗ੍ਰੈਜੂਏਟ ਪੋਸਟ ਗ੍ਰੈਜੂਏਟ ਆ। ਆਈਲੈਟਸ ਵਿੱਚੋਂ 6 6.5 7 ਬੈਂਡ ਆ ਸਭ ਦੇ। ਕਿਸੇ ਨੂੰ ਫੇਕ ਆਫਰ ਲੈਟਰਸ ਲੈਣ ਦੀ ਕੋਈ ਲੋੜ ਨਹੀਂ ਸੀਗੀ। For months, international students have been voicing their outrage in Canada after receiving misrepresentation letters from the Government of Canada. Today, these students gather at the intersection of Airport Road and Derry Road to fight the unjust treatment and demand justice. Adding to their grievances, one of the students, named Lovepreet Singh, has already received a deportation letter and a ticket to India. ਅਸੀਂ ਇੱਥੇ ਸਾਰੇ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਹਾਂ ਐਂਡ ਅਸੀਂ ਰਿਕੁਐਸਟ ਕਰਾਂਗੇ ਆਪਣੀ ਸਾਰੀ ਕਮਿਊਨਿਟੀ ਨੂੰ, MPs ਨੂੰ ਸਾਡੀ ਸਪੋਰਟ ਕਰਨ ਐਂਡ ਸਾਡੇ ਨਾਲ ਖੜੇ ਹੋਣ ਕਿ ਵੀ ਹੈਵਨਟ ਡਨ ਐਨੀਥਿੰਗ ਰੋਂਗ ਐਂਡ ਪਲੀਜ਼ ਸਪੋਰਟ ਅਸ। Upon being questioned by Parvasi Media Group, these students mentioned even their fee was paid by their respective agents back in India. Following our exclusive interviews with the victims shedding light on their experiences and demands. ਤੁਹਾਡਾ ਏਜੰਟ ਕੌਣ ਸੀ ਇੰਡੀਆ 'ਚ? ਬਰਜੇਸ਼ ਮਿਸ਼ਰਾ ਜਲੰਧਰ ਆਫਿਸ ਹੈ ਉਹਦਾ। ਤੇ ਤੁਹਾਡੀ ਜਿਹੜੀ ਫੀਸ ਸੀ ਉਹ ਬ੍ਰਜੇਸ਼ ਮਿਸ਼ਰਾ ਨੇ ਪੇ ਕੀਤੀ ਸੀ ਇੰਡੀਆ ਤੋਂ? ਸਾਰਾ ਫਾਈਲਿੰਗ ਦੀ ਪ੍ਰੋਸੈਸ ਉਹਦੀ ਸੀ। ਆਪਾਂ ਉਹਨੂੰ ਪੈਸੇ ਦਿੱਤੇ ਸੀ ਜਿੰਨੇ ਚਾਹੀਦੇ ਸੀ ਉਹਨੂੰ ਫੀਸ ਵਗੈਰਾ ਦੇ। ਬਾਕੀ ਜੋ ਸੀਗਾ ਸਾਰਾ ਉਹਨੇ ਹੀ ਕੀਤਾ ਸੀ। ਫਾਈਲ ਵਗੈਰਾ ਉਹਨੇ ਰੈਡੀ ਕੀਤੀ ਹੈ ਸਰ। ਫੀਸ ਤੁਸੀਂ ਉਹਨਾਂ ਨੂੰ ਪੇ ਕਰਤੀ ਸੀ ਤੇ ਉਹਨੇ ਅੱਗੇ ਕਾਲਜ ਨੂੰ ਪੇ ਕੀਤੀ ਹੈ? ਹਾਂਜੀ, ਅਸੀਂ ਪੈਸੇ ਉਹਨੂੰ ਦਿੱਤੇ ਸੀ, ਉਹਨਾਂ ਨੇ ਹੀ ਪੇ ਕਰਨੀ ਸੀ ਸਾਰੀ। ਤੁਹਾਡੀ ਮੇਲ ਤੇ ਕੋਈ ਕਨਫਰਮੇਸ਼ਨ ਲੈਟਰ ਜਾਂ ਕੋਈ ਰਿਸਿਪਟ ਆਈ ਸੀ ਕਾਲਜ ਵੱਲੋਂ? ਨਹੀਂ, ਮੈਨੂੰ ਨਹੀਂ ਸੀ ਆਈ। ਸਾਰਾ ਕੁਝ ਮਤਲਬ ਉਹਨਾਂ ਦੇ ਕੋਲ ਹੀ ਸੀਗਾ, ਉਹਨਾਂ ਦਾ ਹੀ ਅਕਾਊਂਟ ਸੀ ਉਹਨਾਂ ਨੇ, ਪਰ ਮੈਨੂੰ ਅੱਗੇ ਸੈਂਡ ਕਰ ਦਿੱਤਾ ਸੀ ਕਿ ਤੁਹਾਡੀ ਇਹ ਵਾਲੀ ਆਫਰ ਲੈਟਰ ਆ ਗਈ ਹੈ ਕਾਲਜ ਦੀ। ਕੀ ਤੁਸੀਂ ਅਵੇਅਰ ਸੀ ਕਿ ਜਦੋਂ ਤੁਸੀਂ ਇਹ ਕਾਲਜ 'ਚ ਐਨਰੋਲ ਹੁੰਦੇ ਹੋ ਤੁਹਾਡੀ ਆਪਣੀ ਆਪ ਦੀ ਈਮੇਲ ID ਯੂਜ਼ ਹੁੰਦੀ ਹੈ, ਨਾ ਕਿ ਏਜੰਟ ਦੀ? ਨਹੀਂ, ਕੁਝ ਨਹੀਂ ਪਤਾ ਸੀ ਇੱਦਾਂ ਦਾ। ਜਿਹੜੀ ਫੀ ਉਹਨੇ ਰਿਫੰਡ ਕੀਤੀ ਸੀ, ਜਿਵੇਂ ਤੁਸੀਂ ਕਹਿ ਰਹੇ ਹੋ ਉਹਨੇ ਤੁਹਾਡੇ ਪੇਰੈਂਟਸ ਨੂੰ ਇਨਫੋਰਮ ਕੀਤਾ, ਉਹਨੇ ਤੁਹਾਨੂੰ ਕੋਈ ਕਾਲ ਨਹੀਂ ਕੀਤਾ? ਨਹੀਂ, ਮੈਨੂੰ ਨਹੀਂ ਕੀਤਾ ਸੀਗਾ ਕਿਉਂਕਿ ਉਹ ਪੇਰੈਂਟਸ ਹੀ ਮੇਰੇ ਉਹਨਾਂ ਨਾਲ ਗੱਲ ਕਰਦੇ ਸੀਗੇ, ਜ਼ਿਆਦਾ ਮੈਂ ਨਹੀਂ ਸੀ ਨਾ ਟੱਚ ਵਿੱਚ ਉਹਨਾਂ ਦੇ। ਤੇ ਉਹਨੇ ਜਦ ਫੀ ਰਿਫੰਡ ਕੀਤੀ ਤੇ ਸਿੱਧਾ ਪੇਰੈਂਟਸ ਨੂੰ ਕੀਤੀ ਰਿਫੰਡ? ਨਹੀਂ, ਉਹਨੇ ਐਵਰਗ੍ਰੀਨ ਕਾਲਜ ਵਿੱਚ ਡਿਪੋਜ਼ਿਟ ਕੀਤੀ ਸਿੱਧੀ। ਉਸ ਕਾਲਜ ਵਿੱਚੋਂ ਉਸ ਟਾਈਮ ਤੇ ਉਹਨੇ ਮੈਨੂੰ ਬੋਲਿਆ ਕਿ ਉਹਨੇ ਫੈਂਸ਼ੀਅਰ ਕਾਲਜ ਦੇ ਵਿੱਚੋਂ ਫੀਸ ਰਿਫੰਡ ਕਰਵਾ ਕੇ ਪੇ ਕਰ ਦਿੱਤੀ ਹੈ ਐਵਰਗ੍ਰੀਨ ਕਾਲਜ ਵਿੱਚ। ਇੱਥੇ ਦੇ ਕਾਲਜ ਜੇ ਉਹ ਫੀ ਰਿਫੰਡ ਕਰਦੇ ਨੇ ਉਹ ਬਿਟਵੀਨ 4 to 6 ਮੰਥਸ ਲੈਂਦੇ ਨੇ, ਤੇ ਇਹਨੇ ਕਿੰਨੇ ਟਾਈਮ 'ਚ ਫੈਨ-ਸ਼ੋ 'ਚੋਂ ਵਿਡਰੋ ਕਰਾ ਕੇ ਤੁਹਾਡੀ ਐਵਰਗ੍ਰੀਨ 'ਚ ਪਾਈ ਸੀ ਫੀ? ਹੁਣ ਲਾਸਟ ਗੱਲ ਤੇ ਇਹੀ ਹੈ ਨਾ, ਅਸੀਂ ਅਵੇਅਰ ਨਹੀਂ ਸੀ ਨਾ ਚੀਜ਼ਾਂ ਬਾਰੇ, ਕੁਝ ਨਹੀਂ ਪਤਾ ਸੀਗਾ ਵੀ ਇੱਦਾਂ ਦੀ ਕੋਈ ਪ੍ਰੋਸੈਸ ਚੱਲਦੀ ਹੈ, ਬਿਕੋਜ਼ ਆਪਾਂ ਇੱਥੇ ਨਵੇਂ ਆਏ ਸੀਗੇ, ਇੱਧਰਲੇ ਰੂਲ ਰੈਗੂਲੇਸ਼ਨ ਕੁਝ ਨਹੀਂ ਪਤਾ ਸੀਗੇ। ਹੁਣ ਜਦੋਂ ਅਸੀਂ ਇਸ ਪ੍ਰੋਸੈਸ ਤੇ ਗੋ ਥਰੂ ਹੋ ਰਹੇ ਹਾਂ ਫਿਰ ਪਤਾ ਚੱਲਦਾ ਕਿ ਇਹ ਸਾਰੇ ਫੈਕਟ ਵੀ ਹੁੰਦੇ ਆ, ਕਿ ਪਹਿਲੇ ਕੁਝ ਨਹੀਂ ਪਤਾ ਸੀ ਇੱਦਾਂ। ਕਿੰਨਾ ਟਾਈਮ ਕਿੰਨਾ ਸੀ ਤੁਹਾਡਾ ਫੈਨ-ਸ਼ੋ 'ਚ ਵਿਡਰੋਲ ਦਾ ਤੇ ਐਵਰਗ੍ਰੀਨ 'ਚ ਐਪਲੀਕੇਸ਼ਨ ਲੱਗਣ ਦਾ? 2 ਹਫ਼ਤੇ 'ਚ ਉਹਨੇ ਫੈਨ-ਸ਼ੋ 'ਚ ਤੁਹਾਡੀ ਫੀਸ ਵਿਡਰੋ ਕਰਕੇ ਐਵਰਗ੍ਰੀਨ 'ਚੋਂ ਆਫਰ ਲੈਟਰ ਵੀ ਆ ਗਿਆ ਤੇ ਉਹਨੇ ਫੀ ਵੀ ਡਿਪੋਜ਼ਿਟ ਕਰ ਦਿੱਤੀ। ਤੇ ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਅਪਲਾਈ ਕੀਤਾ? ਇਸ ਤੋਂ ਬਾਅਦ ਮੇਰਾ ਐਵਰਗ੍ਰੀਨ ਕਾਲਜ ਦੇ ਪ੍ਰਾਈਵੇਟ ਕਾਲਜ ਸੀਗਾ ਤੇ ਉੱਥੇ ਵਰਕ ਪਰਮਿਟ ਨਹੀਂ ਸੀ ਮਿਲਣਾ ਹੈਗਾ, ਸੋ ਮੈਂ ਐਲਫਾ ਸੈਂਟ ਲਾਰੈਂਸ ਹੈ ਉੱਥੇ ਆਪਣੀ ਸਟੱਡੀ ਕੰਪਲੀਟ ਕੀਤੀ। ਮੈਂ 2 ਕਾਲਜ ਵਿੱਚ ਸਟੱਡੀ ਕੀਤੀ ਹੈ। ਉਸ ਤੋਂ ਬਾਅਦ ਮੇਰਾ ਵਰਕ ਪਰਮਿਟ ਆਇਆ 3 ਸਾਲ ਦਾ, ਤੇ ਹੁਣ ਲਾਈਕ ਮੇਰੀ PR ਦੀ ਫਾਈਲ ਲੱਗੀ ਹੋਈ ਹੈ। ਐਵਰਗ੍ਰੀਨ 'ਚ ਤੁਸੀਂ 1 ਸਾਲ ਦਾ ਕੋਰਸ ਕੀਤਾ ਤੇ ਤੁਸੀਂ ਉਸ ਤੋਂ ਬਾਅਦ 1 ਸਾਲ ਦਾ ਅਗੇਨ ਕੋਰਸ ਕੀਤਾ? 2 ਸਾਲ ਦਾ ਸੈਂਟ ਲਾਰੈਂਸ ਵਿੱਚ। ਤੇ ਤੁਹਾਡੀ 3 ਸਾਲ ਦੀ ਸਟੱਡੀ ਸੀ। ਤੇ ਸੇਂਟ ਲਾਰੈਂਸ 'ਚ ਤੁਹਾਡਾ ਐਡਮਿਸ਼ਨ ਬ੍ਰਜੇਸ਼ ਮਿਸ਼ਰਾ ਨਹੀਂ ਕਰਾਇਆ ਸੀ? ਨਹੀਂ, ਉਹ ਮੈਂ ਖੁਦ ਗਈ ਸੀ ਉੱਥੇ। ਤੁਸੀਂ ਆਪ ਅਪਲਾਈ ਕੀਤਾ ਦੂਜੀ ਵਾਰ? ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਨਹੀਂ ਕੰਸਲਟ ਕੀਤਾ ਦੂਜੀ ਵਾਰ? ਨਾ, ਦੂਸਰੀ ਵਾਰੀ ਮੈਂ ਇੱਥੇ, ਮੈਨੂੰ ਹੁਣ ਉਸ ਇਮੀਗ੍ਰੇਸ਼ਨ ਕੰਸਲਟੈਂਟ ਦਾ ਨਾਮ ਨਹੀਂ ਯਾਦ, ਆਪਾਂ ਉਹਨਾਂ ਦੇ ਕੋਲ ਹੀ ਗਏ ਸੀ ਉਸ ਟਾਈਮ ਤੇ। ਮੈਂ ਤੇ ਮੇਰੀ ਕਜ਼ਨ ਸੀ, ਆਪਾਂ ਦੋਨੇ ਹੀ, ਸਾਨੂੰ ਦੋਨਾਂ ਨੂੰ ਉਹਨਾਂ ਨੇ ਦੱਸਿਆ ਸੀ ਵੀ ਉੱਥੇ ਚੱਲ ਜਾਓ ਤੁਹਾਨੂੰ ਆਫਰ ਲੈਟਰਸ ਮਿਲ ਜੂਗੀਆਂ ਉੱਥੋਂ ਦੀਆਂ। ਫਿਰ ਤੁਸੀਂ ਆਪਣੀ PR ਫਾਈਲ ਲਾਈ? PR ਦੀ ਫਾਈਲ ਮੇਰੀ TR2 PR ਦੇ ਵਿੱਚ ਲੱਗੀ ਸੀਗੀ। AOR ਵਗੈਰਾ ਸਭ ਕੁਝ ਆਇਆ ਹੋਇਆ, ਮੈਡੀਕਲ ਵੀ ਸਬਮਿਟ ਹੋ ਗਿਆ, ਤੇ ਉਸ ਤੋਂ ਬਾਅਦ ਹੀ ਮੈਨੂੰ ਜਦੋਂ ਲਾਸਟ ਬੈਕਗਰਾਊਂਡ ਚੈੱਕ ਹੋ ਰਿਹਾ ਸੀ ਉਦੋਂ ਮੈਨੂੰ ਇਹ ਵਾਲੀ ਈਮੇਲ ਆ ਗਈ ਸੀ ਉਹਨਾਂ ਦੀ ਵੀ ਤੁਹਾਡਾ ਸਮਥਿੰਗ ਰੋਂਗ ਹੈ ਜਦੋਂ ਤੁਸੀਂ ਫਾਈਲ ਲਗਾਈ ਹੈ ਉਹਦੇ ਵਿੱਚ। ਇਸ ਕੇਸ ਲਈ ਜਦੋਂ ਮੈਨੂੰ ਫੇਅਰਨੈਸ ਲੈਟਰ ਆਈ ਹੈ, ਮੈਂ MP ਰੂਬੀ ਸੋਤਾ ਹੈ ਨਾ, ਉਹਨਾਂ ਦੇ ਆਫਿਸ ਵਿੱਚ ਵੀ ਗਈ ਕਿ ਤੁਸੀਂ ਮੇਰੇ ਬਿਹਾਫ ਤੇ ਇਮੀਗ੍ਰੇਸ਼ਨ ਨੂੰ ਲੈਟਰ ਲਿਖ ਕੇ ਪੁੱਛ ਦਿਓ ਕਿ ਫੇਅਰਨੈਸ ਲੈਟਰ ਕਿਉਂ ਆਈ ਹੈ, ਕਿਉਂਕਿ PR ਦੀ ਫਾਈਲ ਮੈਂ ਖੁਦ ਲਗਾਈ ਸੀ ਵੀ ਸ਼ਾਇਦ ਮੈਂ ਕੁਝ ਗਲਤ ਕਰ ਦਿੱਤਾ ਹੈ। ਬਟ ਉਹਨਾਂ ਨੇ ਵੀ ਕੁਝ ਫਾਈਂਡ ਆਊਟ ਨਹੀਂ ਕਰ ਹੋਇਆ, ਉਹਨਾਂ ਕੋਲ ਵੀ ਚੱਕਰ ਕੀ ਹੈਗਾ ਨਾ। ਫਿਰ ਜਦੋਂ ਲਾਸਟ ਤੇ 2 ਮਹੀਨੇ ਬਾਅਦ ਮੈਨੂੰ ਈਮੇਲ ਆਈ ਹੈ ਉਹਨਾਂ ਦੀ ਕਿ ਤੁਹਾਡਾ ਆਫਰ ਲੈਟਰ ਫੇਕ ਸੀਗਾ, ਫਿਰ ਪਤਾ ਚੱਲਿਆ ਕਿ ਇਹ ਚੀਜ਼ ਸੀਗਾ।
ਨਾ ਗਲਤੀ ਸਾਡੀ ਵੀ ਨਹੀਂ ਹੈ ਇਸ ਟਾਈਮ ਤੇ ਇਮੀਗ੍ਰੇਸ਼ਨ ਆਫੀਸਰ ਸੀ ਜਿਹੜੇ ਬੈਠੇ, ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਸੀ ਸਾਨੂੰ। ਅਸੀਂ ਨਹੀਂ ਫਾਈਂਡ ਆਊਟ ਕਰ ਸਕੀ ਸਾਡੇ ਆਫਰ ਲੈਟਰ ਫੇਕ ਹੈ ਨਾ। ਈਵਨ ਕਿ ਉਹਨਾਂ ਨੇ ਵੀ ਨਹੀਂ ਚੈੱਕ ਕੀਤਾ ਤੇ ਸਾਨੂੰ ਵੀਜ਼ੇ ਅਪਲਾਈ ਦੇ ਦਿੱਤੇ ਨਾ, ਸਟੱਡੀ ਪਰਮਿਟ ਦੇ ਦਿੱਤਾ, ਵੀਜ਼ਾ ਅਪਰੂਵ ਕਰ ਦਿੱਤਾ। ਜੇ ਹੁਣ ਗਲਤੀ ਕਿਸੇ ਦੀ ਵੀ ਨਹੀਂ, ਜੇ ਗਲਤੀ ਲਾਇਰ ਪਿਛਲੇ ਏਜੰਟ ਦੀ ਹੈ ਨਾ, ਬਰਜੇਸ਼ ਮਿਸ਼ਰਾ ਦੀ, ਸਪੈਸ਼ਲੀ ਮੇਰੇ ਪੇਰੈਂਟਸ ਤੋਂ ਜਾ ਕੇ ਉਹਦੇ ਤੋਂ ਇੱਕ ਲੈਟਰ ਵੀ ਲਿਖਵਾ ਕੇ ਲੈ ਕੇ ਆਏ, ਜਿਹਦੇ ਵਿੱਚ ਉਹਨੇ ਪੂਰਾ ਆਪ ਮੈਂਸ਼ਨ ਕੀਤਾ ਹੈ ਕਿ ਮੈਂ ਹੀ ਸਭ ਕੁਝ ਕੀਤਾ ਆ। ਪਹਿਲੇ ਵੀ ਮੈਂ ਐਵਰਗ੍ਰੀਨ ਦੇ ਵਿੱਚ ਗਿਆ, ਐਡਮਿਸ਼ਨ ਇਹਦੀ ਸਾਰਾ ਕੁਝ ਮੈਂ ਕਰਵਾਇਆ, ਸਾਈਨ ਵੀ ਕੀਤੇ ਆ, ਬਟ ਇਮੀਗ੍ਰੇਸ਼ਨ ਹੁਣ ਇਸ ਚੀਜ਼ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਹੈਗੀ। ਜੋ ਕਿਸੇ ਨੇ ਚੀਟ ਕੀਤਾ, ਕਿਸੇ ਹੋਰ ਨੇ ਕੀਤਾ ਹੈ, ਤੇ ਸਜ਼ਾ ਅਸੀਂ ਲੈ ਰਹੇ ਹਾਂ। ਸੋ ਇਹੀ ਮਤਲਬ ਰਿਕੁਐਸਟ ਹੈ ਕਿ ਇਦਾਂ ਦਾ ਕੁਝ ਤਾਂ ਕਰੋ ਜਿਹਦੇ ਨਾਲ ਸਾਨੂੰ ਜਸਟਿਸ ਮਿਲੇ ਨਾ, ਕਿਉਂਕਿ ਅਸੀਂ ਪਿੱਛੇ ਨਹੀਂ ਜਾ ਸਕਦੇ ਹੁਣ, ਕਿਉਂਕਿ ਫਿਊਚਰ ਨਹੀਂ ਹੈਗਾ ਸਾਡਾ। ਅਸੀਂ 5 ਇਅਰਸ ਆਪਣੀ ਲਾਈਫ ਦੇ ਸਭ ਤੋਂ ਇੰਪੋਰਟੈਂਟ ਟਾਈਮ ਹੈ ਨਾ, ਇੱਥੇ ਦੇ ਦਿੱਤਾ 5 ਸਾਲ ਦਾ, ਅੱਗੇ ਬੈਨ ਹੋ ਗਿਆ, 10 ਸਾਲ ਸਾਡੀ ਲਾਈਫ ਦੇ ਕੱਟ ਆਫ ਹੋ ਗਏ ਨਾ। ਸੋ ਇਸ ਟਾਈਮ ਤੇ ਅਸੀਂ ਚਾਹੁੰਦੇ ਵੀ ਕੁਝ ਇਦਾਂ ਦਾ ਕੀਤਾ ਜਾਵੇ ਕਿ ਜਿੰਨੇ ਅਸੀਂ ਆ ਨਾ, ਸਾਨੂੰ ਡੈਪੂਟੇਸ਼ਨ ਤੋਂ ਅਸੀਂ ਬਚ ਜਾਈਏ, ਤੇ ਜਿਹੜੇ ਅਗਲੇ ਕੋਈ ਆ ਰਹੇ ਬੱਚੇ ਉਹਨਾਂ ਨੂੰ ਵੈਰੀਫਾਈ ਕਰਕੇ ਲੈ ਕੇ ਆਓ। Parvasi Media's team was on site covering the protest, and we witnessed passion and determination of these students as they fight for their rights. ਮੈਂ ਇੱਥੇ ਸੈਂਟ ਕਲੇਅਰ ਕਾਲਜ 'ਚ ਆਇਆ ਸੀ, ਬਟ ਏਜੰਟ ਦੇ ਕਹਿਣ ਤੇ ਮੈਂ ਉੱਥੇ ਕਾਲਜ 'ਚ ਨਹੀਂ ਗਿਆ, ਤੇ ਫਿਰ ਮੈਂ ਮੌਂਟਰੀਅਲ 'ਚ ਆਪਣੀ ਸਟੱਡੀ ਕੰਪਲੀਟ ਕੀਤੀ ਹੈ। ਤੇ ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਜਦ ਅਪਲਾਈ ਕੀਤਾ, ਆਪ ਕੀਤਾ ਜਾਂ ਕਿਸੇ ਏਜੰਟ ਥਰੂ ਕੀਤਾ? ਉਹ ਏਜੰਟ ਦੇ ਥਰੂ ਕਰਵਾਇਆ ਸੀ। ਕੀ ਨਾਂ ਸੀ ਉਸ ਏਜੰਟ? ਉਹਨਾਂ ਦਾ ਨਾਮ ਸੀ ਰਹਿਲ ਸਰਵਿਸਿਜ਼, ਮਾਲਟਨ ਦੇ ਵਿੱਚ। ਇਨੀਸ਼ੀਅਲੀ ਤੁਹਾਡੀ ਫਾਈਲ ਬ੍ਰਿਜੇਸ਼ ਮਿਸ਼ਰਾ ਨੇ ਲਾਈ ਸੀ? ਨਹੀਂ, ਮੇਰੀ ਅੰਮ੍ਰਿਤਸਰ ਤੋਂ ਮਾਨ ਸਿੰਘ ਗਿੱਲ ਗਲੋਬਲ ਐਜੂਕੇਸ਼ਨ ਵਾਲਿਆਂ ਨੇ ਲਾਈ ਸੀ। ਤੇ ਕੀ ਤੁਹਾਡੇ ਪੇਰੈਂਟਸ ਨੇ ਟਰਾਈ ਕੀਤਾ ਉਹਨਾਂ ਨੂੰ ਰੀਚ ਕਰਨਾ ਬੈਕ ਇਨ ਇੰਡੀਆ? ਜੀ, ਉਹਨਾਂ ਨੇ ਉਹ ਆਫਿਸ 'ਚ ਜਾ ਕੇ ਰੀਚ ਕਰਨ ਦੀ ਕੋਸ਼ਿਸ਼ ਕੀਤੀ, ਬਟ ਉੱਥੇ ਉਹ ਹੈ ਨਹੀਂ। ਉਹ ਕਹਿੰਦੇ ਆ ਕਿ ਆਸਟ੍ਰੇਲੀਆ ਮੂਵ ਕਰ ਗਿਆ। ਤੁਸੀਂ ਜਦ ਇਨੀਸ਼ੀਅਲੀ ਇਸ ਕਾਲਜ ਲਈ ਫੀ ਪੇ ਕੀਤੀ, ਤੇ ਤੁਸੀਂ ਡਾਇਰੈਕਟਲੀ ਪੇ ਕੀਤੀ ਸੀ ਜਾਂ ਏਜੰਟ ਨੇ ਕੀਤੀ? ਨਹੀਂ, ਮੈਂ ਸਾਰੇ ਫੀਸ GIC ਸਾਰੀ ਏਜੰਟ ਨੂੰ ਹੀ ਦਿੱਤੀ ਸੀ ਬਾਈ ਹੈਂਡ, ਤੇ ਉਹਨੇ ਹੀ ਸਾਰਾ ਕੁਝ ਪੇ ਕੀਤਾ ਸੀ। ਬਾਈ ਹੈਂਡ ਮੀਨਸ ਬਾਈ ਕੈਸ਼ ਕਹਿ ਰਹੇ ਹੋ? ਬਾਈ ਕੈਸ਼ ਜੀ। ਤਾਂ ਤੁਸੀਂ ਕੈਸ਼ ਏਜੰਟ ਨਹੀਂ ਦਿੱਤਾ ਐਂਡ ਉਹਨੇ ਅੱਗੇ ਪੇ ਕੀਤਾ। ਕੀ ਤੁਹਾਨੂੰ ਤੁਹਾਡੀ ਆਪ ਦੀ ਮੇਲ ਤੇ ਕੋਈ ਕਨਫਰਮੇਸ਼ਨ, ਕੋਈ ਰਿਸਿਪਟ ਆਈ ਫਰਸਟ ਕਾਲਜ? ਨਹੀਂ, ਉਹਨੇ ਜੋ ਰਸੀਤਾਂ ਦਿੱਤੀਆਂ ਸੀ ਉਹ ਸਾਰੀਆਂ ਮੇਰੇ ਕੋਲ ਹੈਗੀਆਂ, ਮੈਂ CBSE ਨੂੰ ਵੀ ਪ੍ਰੋਵਾਈਡ ਕੀਤੀਆਂ, ਬਟ ਉਹ ਮੰਨ ਕੇ ਹੀ ਨਹੀਂ ਰਾਜੀ ਕਿ ਤੁਸੀਂ ਇਹ ਕਿਸੇ ਏਜੰਟ ਦੇ ਥਰੂ ਕਰਵਾਇਆ, ਕਿਉਂਕਿ ਉਹਨੇ ਆਪਣਾ ਵਿੱਚ ਨਾਮ ਹੀ ਨਹੀਂ ਮੈਂਸ਼ਨ ਕੀਤਾ ਕਿਤੇ ਵੀ ਫਾਈਲ 'ਚ, ਜਦ ਕਿ ਸਾਈਨ ਵੀ ਖੁਦ ਹੀ ਕੀਤੇ ਆ ਮੇਰੇ ਕੋਲ ਸਾਈਨ ਵੀ ਨਹੀਂ ਕਰਵਾਏ। ਬਸ ਜਦੋਂ ਵੀਜ਼ਾ ਲੱਗਣ ਤੋਂ ਬਾਅਦ ਉਹਨੇ ਮੈਨੂੰ ਸਾਰੇ ਡਾਕੂਮੈਂਟਸ ਪ੍ਰੋਵਾਈਡ ਕੀਤੇ। ਜਦ ਤੁਸੀਂ ਮੌਂਟਰੀਅਲ 'ਚ ਆਪਣਾ ਕਾਲਜ ਚੇਂਜ ਕੀਤਾ, ਉਦੋਂ ਤੁਹਾਡੀ ਆਪ ਦੀ ਮੇਲ ਆਈਡੀ ਯੂਜ਼ ਹੋਈ ਸੀ? ਜੀ, ਉਦੋਂ ਮੈਂ ਇੱਥੇ ਆਪਣੀ ਮੇਲ ਆਈਡੀ ਤੋਂ ਕੀਤਾ ਸੀ ਸਾਰਾ ਕੁਝ। ਤੁਸੀਂ ਕੋਰਸ ਵੀ ਆਪ ਅਪਲਾਈ ਕੀਤਾ ਸੀ ਜਾਂ ਉਹਨੇ ਹੀ ਕਰਾ ਕੇ ਦਿੱਤਾ? ਆਪ ਹੀ ਕੀਤਾ ਸੀ, ਕਿਉਂਕਿ ਉਸ ਤੋਂ ਬਾਅਦ ਉਹਦਾ ਕੰਟੈਕਟ ਹੀ ਨਹੀਂ ਹੋਇਆ ਮੇਰੇ ਨਾਲ। ਤੇ ਉਹਨੇ ਤੁਹਾਡੀ ਫੀ ਰਿਫੰਡ ਕੀਤੀ? ਹਾਂਜੀ, ਉਹ ਫੀਸ ਉਹ ਮੇਰੇ ਘਰ ਦੇ ਲੈ ਆਏ ਸੀ ਉਹਦੇ ਕੋਲ ਜਾ ਕੇ। ਅਗੇਨ ਇਨ ਕੈਸ਼? ਇਨ ਕੈਸ਼, ਯੈਸ। ਉਦੋਂ ਬਾਅਦ ਤੁਸੀਂ ਇੱਥੇ ਆਪ ਆਪਣੀ ਫਾਈਲ ਲਾਈ ਹੈ ਮੌਂਟਰੀਅਲ 'ਚ, ਤੁਸੀਂ ਕਹਿ ਰਹੇ ਹੋ? ਹਾਂਜੀ, ਮੈਂ ਰਹਿਲ ਸਰਵਿਸਿਜ਼ ਦੇ ਥਰੂ ਲਗਾਈ ਸੀ ਫਾਈਲ ਆਪਣੀ, ਤੇ ਉਹਨਾਂ ਦੇ ਥਰੂ ਹੀ ਮੈਂ ਵਰਕ ਪਰਮਿਟ ਅਪਲਾਈ ਕੀਤਾ ਸੀ। ਤੁਸੀਂ ਰਹਿਲ ਸਰਵਿਸਿਜ਼ ਨੂੰ ਦੱਸਿਆ ਆਪਣਾ ਐਕਸਪੀਰੀਅੰਸ ਕਿ ਇਦਾਂ ਹੋਇਆ ਤੁਹਾਡੇ ਨਾਲ? ਨਹੀਂ, ਉਹਨਾਂ ਨੂੰ ਤਾਂ ਕੁਝ ਨਹੀਂ ਦੱਸਿਆ, ਕਿਉਂਕਿ ਉਹਨਾਂ ਦਾ ਕੋਈ ਇਨਵੋਲਵਮੈਂਟ ਹੀ ਨਹੀਂ ਹੈਗੀ ਸੀ, ਉਹਨਾਂ ਨਾਲ ਕੋਈ ਗੱਲ ਇਦਾਂ ਦੀ ਹੋਈ ਨਹੀਂ ਹੋਈ। ਤੁਸੀਂ ਆਪਣਾ ਕੋਈ ਪਾਸਟ ਐਕਸਪੀਰੀਅੰਸ, ਕੋਈ ਹਿਸਟਰੀ ਕੁਝ ਨਹੀਂ ਦੱਸੀ ਉਹਨਾਂ ਨੂੰ? ਉਹਨਾਂ ਨੂੰ ਇਹ ਦੱਸਿਆ ਸੀ ਕਿ ਮੇਰਾ ਕਾਲਜ ਇਦਾਂ ਮੈਂ ਮੇਰੇ ਏਜੰਟ ਨੇ ਕਿਹਾ ਸੀ, ਬਟ ਉਹਨਾਂ ਨੂੰ ਵੀ ਉਦੋਂ ਇਹ ਲੱਗਾ ਸੀ ਕਿ ਸਾਰਾ ਕੁਝ ਠੀਕ ਹੈ, ਨਾਰਮਲੀ ਇੱਥੇ ਹੁੰਦਾ, ਸਟੂਡੈਂਟਸ ਚੇਂਜ ਕਰਦੇ ਆ ਕਾਲਜ ਜਾਂ ਲੋਕੇਸ਼ਨ ਕਰਕੇ ਜਾਂ ਕਿਸੇ ਵੀ ਰੀਜ਼ਨ ਕਰਕੇ। ਤੇ ਉਹੀ ਰੀਜ਼ਨ ਮੇਰਾ ਵੀ ਇਹੀ ਸੀ ਕਿ ਮੈਨੂੰ ਏਜੰਟ ਨੇ ਕਿਹਾ ਸੀ ਕਿ ਤੇਰਾ ਕੋਰਸ ਦਾ ਕੋਈ ਚੱਲ ਰਿਹਾ, ਤੇ ਮੈਂ ਉਸ ਟਾਈਮ ਫਿਰ ਇੱਥੇ ਐਡਮਿਸ਼ਨ ਆਪ ਖੁਦ ਦਾ ਆਪਣੇ ਲਈ ਕੀਤੀ ਸੀ। ਤੁਸੀਂ ਟਰਾਈ ਕੀਤਾ ਕਿਸੇ MP ਨੂੰ, ਕਿਸੇ ਵੀ ਗਵਰਨਮੈਂਟ ਏਜੰਟ ਨੂੰ ਰੀਚ ਕਰਨ ਦੀ? ਅਸੀਂ ਤਾਂ ਬਹੁਤ ਕੀਤਾ ਹੈ, ਬਟ ਗਰਾਊਂਡ ਤੇ ਕੋਈ ਨਹੀਂ ਆ ਰਿਹਾ, ਬਟ ਕਹਿ ਰਿਹਾ ਕਿ ਅਸੀਂ ਕਰ ਰਹੇ ਹਾਂ, ਬਟ ਸਾਨੂੰ ਦਿਖ ਨਹੀਂ ਰਿਹਾ। ਕਿਹਨੂੰ ਰੀਚ ਕੀਤਾ ਤੁਸੀਂ? ਅਸੀਂ ਰੂਬੀ ਸੌਤਾ ਨੂੰ ਕੀਤਾ ਆ, ਸੋਨੀਆ ਸਿੱਧੂ ਨੂੰ ਕੀਤਾ ਆ, ਅਸੀਂ ਕਿਹਾ ਉਹਨਾਂ ਕੋਲ, ਕਮਲ ਖਹਿਰਾ ਕੋਲ ਵੀ ਗਏ ਸੀ, ਬਟ ਕੋਈ ਇੱਥੇ ਆ ਕੇ ਸਾਡੇ ਨਾਲ ਖੜੇ ਬੈਠੇ ਤਾਂ ਫਿਰ ਤਾਂ ਪਤਾ ਲੱਗਦਾ ਕਿ ਹਾਂ ਸਾਡੀ ਸਪੋਰਟ ਦੇ ਵਿੱਚ ਹੈਗੇ ਆ, ਬਟ ਕੋਈ ਨਜ਼ਰ ਨਹੀਂ ਆਇਆ। ਬਟ ਇਨ ਆਫਿਸ ਉਹਨਾਂ ਨੇ ਕਿਹਾ ਕਿ ਜੀ ਮੇਲ ਦੇ ਵਿੱਚ ਵੀ ਸਾਡੀ ਗੱਲ ਹੋਈ, ਈਮੇਲਸ ਤੇ ਵੀ, ਆਫਿਸ 'ਚ ਵੀ ਕਿਹਾ ਸੀ, ਬਟ ਅਜੇ ਤੱਕ ਕੁਝ ਜਵਾਬ ਨਹੀਂ ਆਇਆ। Parvasi Media is closely following the developments on this matter. Do let us know your comments in this comment section below, or you can also give us a call on Parvasi Radio at Saga 960 between 10 and 12 p.m.